ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ। ਉਹ ਪਿੰਡ ਸਾਰੇ ਦਾ ਸਾਰਾ ਲੁਟੇਰਿਆਂ ਦਾ ਸੀ। ਉਹਨਾਂ ਦਾ ਇਹ ਕੀਤਾ ਸੀ, ਉਹ ਬੰਦੇ ਨੂੰ ਲੁੱਟਦੇ, ਉਸ ਤੋਂ ਬਾਅਦ ਉਹਦੇ ਪ੍ਰਾਣ ਹਰ ਲੈਂਦੇ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ। ਚਿਹਰੇ 'ਤੇ ਉੱਤੇ ਨੂਰ ਉਹਨਾਂ ਦਾ ਅਲੱਗ ਹੀ ਦਿਸਦਾ ਸੀ। ਹਜ਼ੂਰ ਨੇ ਦਰਸ਼ਨ ਕੀਤੇ ਤਾਂ ਇੰਝ ਪ੍ਰਤੀਤ ਹੋਇਆ ਕਿ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜੋਹਰੀ ਹੈ ਕਿ ਇਹਦੇ ਮੱਥੇ ਦਾ ਨੂਰ ਦਿਸਦਾ, ਇਸ ਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਵਿੱਚੋਂ ਇੱਕ ਸੱਜਣ ਆਏ ਉਹਨਾਂ ਕੋਲ, ਉਹ ਆਪਣੇ ਘਰ ਲੈ ਗਏ। ਬਿਰਤੀ ਮਲੀਨ ਸੀ। ਨਾਲਦਿਆਂ ਨੇ ਕਿਹਾ ਕਿ ਦੇਖਿਆ ਵਪਾਰੀ ਬਹੁਤ ਵੱਡਾ ਹੈ, ਐਵੇਂ ਨਹੀਂ ਕਿਤੇ ਜਾਣ ਦੀ, ਜੋ ਕੁਛ ਇਸ ਦੇ ਕੋਲ ਮਿਲਿਆ ਨਾ ਇਮਾਨਦਾਰੀ ਨਾਲ ਸਾਰੇ ਪਿੰਡ ਵਿੱਚ ਵੰਡਦੀ। ਰਾਤ ਇਸਨੇ ਹਜ਼ੂਰ ਨੂੰ ਆਰਾਮ ਕਰਨ ਲਈ ਕਿਹਾ। ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਬਸ ਇੱਕ ਵਾਰੀ ਛਕ ਲਿਆ ਉਸ ਦਾ ਹੀ ਆਧਾਰ ਬਣਾ ਕੇ ਚੱਲਿਆ। ਪੁੱਛਿਆ ਕਿ ਕਿਹੜਾ ਭੋਜਨ? ਗੁਰੂ ਜੀ ਕਹਿੰਦੇ ਕਿ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗਾ ਵਿਸ਼ਰਾਮ ਕਰੋਗੇ? ਗੁਰੂ ਜੀ ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਗੱਲ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ। ਕਹਿਣ ਲੱਗਾ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ ਹੈ, ਅੰਦਰ ਚੰਚਲ ਮਨ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ। ਉਹ ਕੁਝ ਬੋਲੇ ਤੇ ਗੁਰੂ ਸਾਹਿਬ ਅੰਦਰ ਦੇ ਉੱਤਰ ਦੇਣ। ਉਸਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੋਵੇਗਾ, ਪ੍ਰਭਾਤ ਵੇਲੇ ਇਸ ਦੇ ਪ੍ਰਾਣ ਹਰ ਕੇ ਸਾਰਾ ਕੁਝ ਖੋਹ ਲਵਾਂਗਾ। ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਓਠਾ ਗੁੱਠਿਆ। ਬਾਬਾ ਜੀ ਭੀਣੀ ਰਹਿੰਦਿਆਂ ਆਪਣੇ ਮਾਰਗ 'ਤੇ ਤੁਰ ਪਏ। ਪਿੰਡ ਦੇ ਲੋਕ ਆਏ, ਕਹਿਣ ਲੱਗੇ ਲਿਆ ਸਾਡਾ ਹਿੱਸਾ। ਰਾਤ ਜੋ ਵਪਾਰੀ ਕੋਲ ਲੁੱਟਿਆ ਹੈ, ਉਸਨੇ ਕਿਹਾ ਨਹੀਂ, ਦੁਹਾਈ ਰੱਬ ਦੀ, ਮੈਂ ਕਿ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤਿਆਂ ਹੀ ਉਹ ਕਿਤੇ ਚਲੇ ਗਏ। ਉਹ ਸਾਰੇ ਇੱਧਰ ਉੱਧਰ ਦੇਖਣ ਲੱਗੇ। ਦੁਨੀਆ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰ ਨੂੰ ਸੱਜਣ ਬਣਾ ਲਏ ਤਾਂ ਸਤਿਗੁਰ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ ਹੈ। ਕਿ ਸਵੇਰੇ ਉਹ ਲੋਕ ਇਕੱਠੇ ਹੋਏ। ਨੌਜਵਾਨਾਂ ਨੇ ਤੇਜ਼ ਸ਼ਸਤਰ ਲਏ। ਉਹ ਸਾਰੇ ਜੰਗਲ ਵਿੱਚ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਘੇਰਿਆ। ਕਹਿਣ ਲੱਗੇ ਰੁਕੋ। ਹਜ਼ੂਰ ਉੱਥੇ ਹੀ ਰੁਕੇ। ਉਹਨਾਂ ਦੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ ਜਿਨ੍ਹਾਂ ਦੇ ਸਵਾਸ ਧੋਖਾ ਪਏ ਦਿੰਦੇ ਹਨ, ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ? ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਦਿੰਦੀ ਪਈ ਹੈ। ਕਹਿਣ ਲੱਗੇ ਕਿ ਅਸੀਂ ਤੁਹਾਨੂੰ ਠੱਗਣਾ ਸੀ, ਇਹ ਸਾਡਾ ਕਿੱਤਾ ਹੈ, ਜੋ ਸਾਡੇ ਪਿੰਡ ਵਿੱਚ ਕਾਬੂ ਆ ਜਾਏ ਅਸੀਂ ਕਈ ਪੁਸ਼ਤਾਂ ਤੋਂ ਠੱਗਦੇ ਹਾਂ। ਸਤਿਗੁਰੂ ਹੱਸ ਕੇ ਕਹਿਣ ਲੱਗੇ ਠੱਗਦੇ ਪਿਓ, ਪਰ ਮਨ ਤਾਂ ਤੁਹਾਡਾ ਰੱਜੇ ਨਹੀਂ ਹਜੇ ਤੱਕ। ਕਹਿਣ ਲੱਗੇ ਐਵੇਂ ਫਾਲਤੂ ਗੱਲਾਂ ਨਾ ਕਰ, ਅਸੀਂ ਤੈਨੂੰ ਜੋ ਹੈ ਠੱਗਣਾ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਠੱਗਣ ਦੀ ਜੋ ਹੈ ਜ਼ਰੂਰਤ ਉਹ ਨਾ ਕਰੋ। ਅੱਜ ਤੱਕ ਦੁਨੀਆਦਾਰੀ ਹੀ ਠੱਗੇ ਸਨ, ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤਾਂ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏਗੀ। ਇੱਕ ਨੇ ਅੱਗੇ ਵੱਧ ਕੇ ਕਿਹਾ ਹੇ ਵਪਾਰੀ, ਸਾਡੇ ਪਿੰਡ ਦੀ ਰਸਮ ਹੈ, ਅਸੀਂ ਜਿਸ ਨੂੰ ਲੁੱਟਦੇ ਹਾਂ ਉਸ ਤੋਂ ਬਾਅਦ ਉਹਦੇ ਪ੍ਰਾਣ ਹਰ ਲੈਂਦੇ ਹਾਂ। ਸਤਿਗੁਰੂ ਉੱਥੇ ਰੁਕ ਗਏ। ਕਹਿਣ ਲੱਗੇ ਜੀ ਸਦਕੇ ਪ੍ਰਾਣ ਲੈ ਲਓ, ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਹਾਂ, ਸਰੀਰ ਨੂੰ ਰੁਲਣ ਨਹੀਂ ਦੇਣਾ। ਤੁਸੀਂ ਪ੍ਰਾਣ ਭਾਵੇਂ ਲੈ ਲਓ, ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਲਈ ਲੱਕੜਾਂ ਤਾਂ ਇਕੱਠੀਆਂ ਕਰ ਲਓ, ਅੱਗ ਦਾ ਤਾਂ ਪ੍ਰਬੰਧ ਕਰ ਲਓ। ਗੁਰੂ 'ਤੇ ਭਰੋਸਾ ਕਰਿਓ ਤਾਂ ਗੁਰੂ ਸੱਜਣ ਰਹਿਮਤਾਂ ਕਰਦੇ ਹਨ। ਕਿਉਂਕਿ ਕਹਿਣ ਲੱਗੇ ਉਹ ਜੋ ਲੁੱਟਣ ਵਾਲੇ ਸੀ ਵੀ ਪਹਿਲਾਂ ਚੱਲ ਲੱਕੜਾਂ ਦਾ ਹੀ ਪ੍ਰਬੰਧ ਕਰ ਦਿੰਦੇ ਹਾਂ, ਪਰ ਅੱਗ ਕਿੱਥੇ ਹੈ? ਕਹਿੰਦੇ ਕਿ ਉਹ ਸਾਹਮਣੇ ਉੱਚੀ ਥਾਂ 'ਤੇ ਧੂੰਆਂ ਨਿਕਲਦਾ ਪਿਆ। ਕਹਿੰਦੇ ਕਿ ਉੱਥੇ ਜੋ ਧੂੰਆਂ ਨਿਕਲਦਾ ਪਿਆ ਉੱਧਰ ਉਹਨਾਂ ਉਂਗਲ ਕਰ ਦਿੱਤੀ। ਕਹਿਣ ਲੱਗੇ ਉੱਥੇ ਚਲੇ ਜਾਓ, ਸਾਹਮਣੇ ਬਲਦੀ ਹੋਈ ਅੱਗ ਅੰਗਿਆਰੇ ਲੈ ਆਓ, ਆ ਕੇ ਸਾਨੂੰ ਉਹਦੇ ਵਿੱਚ ਰੱਖ ਦਿਓ। ਗੁਰੂ ਨਾਨਕ ਪਾਤਸ਼ਾਹ ਕੋਲ ਰੁਕੇ। ਕੁਝ ਜਣੇ ਉੱਥੇ ਰੁਕੇ, ਕੁਝ ਜਣੇ ਉੱਧਰ ਨੂੰ ਅੱਗ ਲੈਣ ਚਲੇ ਗਏ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਹੋਈ ਅੱਗ ਨਹੀਂ ਸੀ, ਉਹ ਸ਼ਮਸ਼ਾਨ ਘਾਟ ਦੀ ਅੱਗ ਸੀ। ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਲਈ ਆਏ ਸਨ। ਉਸ ਦੀ ਚਿਖਾ ਨੂੰ ਉਹ ਲੱਗੀ ਅੱਗ ਦੇਖਦੇ ਸਨ। ਉਹ ਸੱਜਣ ਨੂੰ ਜਮ ਗਣ ਜੋ ਸਨ ਉਹ ਮਾਰਦੇ ਹਨ। ਉਸ ਦੀ ਅੰਦਰ ਦੀ ਰੂਹ ਵਿਲਕਦੀ ਹੈ, ਤਰਲੇ ਲੈਂਦਾ, ਪਰ ਉਹ ਛੱਡਦੇ ਨਹੀਂ। ਇੱਕ ਘੜੀ ਤੋਂ ਬਾਅਦ ਦੇਵਗਣ ਆ ਜਾਂਦੇ ਹਨ। ਜਮਦੂਤ ਉਸ ਦੇ ਸਾਹਮਣੇ ਝੁਕ ਗਏ, ਉਸ ਦੀ ਰੂਹ ਨੂੰ ਪ੍ਰਣਾਮ ਕਰਨ ਲੱਗ ਪਏ।
ਪਰ ਇਹ ਜੋ ਸਾਰਾ ਕੁਝ ਸੀ ਇਹ ਵੇਖਦੇ ਪਏ ਸਨ। ਜਿਹੜੇ ਠੱਗਣ ਲਈ ਉੱਥੇ ਗਏ ਸੀ, ਅੱਗ ਲੈਣ ਗਏ ਸੀ, ਉਹ ਇਹ ਸਭ ਕੁਝ ਦੇਖਦੇ ਪਏ ਸੀ। ਉਹ ਰੂਹ ਨੂੰ ਜਿਹੜੀ ਰੂਹ ਲਿਜਾ ਰਹੀ ਸੀ, ਉਹ ਸੱਜਣ ਰੁਕ ਕੇ ਇਹਨਾਂ ਨੇ ਗੱਲ ਪੁੱਛੀ ਅਤੇ ਉੱਥੇ ਅੱਗ ਭੁੱਲ ਗਏ। ਕਹਿਣ ਲੱਗੇ, ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਪਏ ਸੀ। ਕਈ ਵਾਰੀ ਕਹਿ ਦਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ, ਜਿਹੜੇ ਕਰਮ ਕਰਦੇ ਪਏ ਹਾਂ ਇਹ ਕਰਮ ਜ਼ਰੂਰ ਪੁੱਛੇ ਜਾਣਗੇ। ਜੋ ਆਪਾਂ ਪਾਪ ਜਾਂ ਪੁੰਨ ਕਰਦੇ ਪਏ ਨਾ, ਇਹਦਾ ਫਲ ਜ਼ਰੂਰ ਮਿਲਣਾ। ਕਹਿੰਦੇ ਨੇ ਕਿ ਤੂੰ ਮਾਣ ਕਰਕੇ ਤੁਰਿਆ ਫਿਰਦਾ, ਮੈਨੂੰ ਕਿਸੇ ਨੇ ਪੁੱਛਣਾ ਨਹੀਂ। ਇਹ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿੱਚ ਵੇਲਿਆ, ਤੂੰ ਪਿੰਜਣੀ ਵਿੱਚ ਪਿੰਜਿਆ, ਚਰਖੇ 'ਤੇ ਇਸ ਨੂੰ ਕੱਤਿਆ, ਪਰਤ ਕੇ ਇਸ ਦਾ ਕੱਪੜਾ ਬਣਾਇਆ, ਕੱਟਿਆ ਅਤੇ ਇਸ ਨੂੰ ਖੁੰਭ ਚੜ੍ਹਾ ਕੇ ਰੰਗਣ ਲੱਗਿਆ। ਕਪਾਹ ਦਾ ਕੀ ਦੋਸ਼ ਹੈ? ਕਪਾਹ ਨੇ ਇੰਨਾ ਦੁੱਖ ਪਾ ਲਿਆ। ਤਿਲਾਂ ਦਾ ਕੀ ਦੋਸ਼ ਸੀ? ਕਹਾਣੀ ਵਿੱਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ? ਕੋਲੂ ਵਿੱਚ ਪਾਏ ਗਏ। ਦੇਖ, ਕੋਲਿਆਂ ਦਾ ਕੀ ਦੋਸ਼ ਸੀ? ਪਹਿਲਾਂ ਲੱਕੜਾਂ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿੱਚ ਰੱਖ ਕੇ ਫੂਕਿਆ। ਇਹ ਹਾਂਡੀ ਦਾ ਕੀ ਕਸੂਰ ਸੀ ਜਿਹੜੀ ਰੋਜ਼ ਅੱਗ ਵਿੱਚ ਬਲਦੀ ਪਈ ਹੈ? ਐਵੇਂ ਹੀ ਹੈ ਨਾ, ਬਲਦੀ ਹੋਈ ਚਿੱਖ ਹੈ। ਜਮਦੂਤ ਰੂਹ ਦੇ ਸਾਹਮਣੇ ਝੁਕੇ ਹਨ। ਉੱਥੇ ਸਭ ਕੁਝ ਭੁੱਲ ਗਏ ਅਤੇ ਪ੍ਰਸ਼ਨ ਕੀਤਾ ਕਿ ਅਸੀਂ ਇਹ ਹੈ ਕੀ, ਇਹ ਮਾਜਰਾ ਕੀ ਹੈ? ਕਈ ਵਾਰ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੁੰਦੀ ਨਹੀਂ। ਗੁਰਮੁਖੋ, ਮੈਂ ਇੱਕ ਚੀਜ਼ ਅਰਜ਼ ਕਰਾਂ, ਬੇਅੰਤ ਕੁਝ ਅਜਿਹਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ, ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ। ਕ੍ਰੋਧ ਦਾ ਕਿਹੜਾ ਰੂਪ ਹੈ? ਕ੍ਰੋਧ ਦੇ ਕਿਹੜੇ ਬਸਤਰ ਹਨ? ਪਤਾ ਹੀ ਉਦੋਂ ਲੱਗਦਾ ਹੈ ਜਦੋਂ ਬੰਦੇ ਦੇ ਬੁੱਲ ਫਰਕਦੇ ਹਨ, ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਹਨ। ਕ੍ਰੋਧ ਦਿਸਦਾ ਨਹੀਂ, ਪ੍ਰਗਟ ਹੋ ਜਾਂਦਾ। ਕਾਮ ਕਦੇ ਕਿਸੇ ਨੂੰ ਦਿਸਿਆ ਨਹੀਂ, ਆਦਮੀ ਦਾ ਤਨ ਪੀੜਿਆ ਜਾਂਦਾ। ਕੁਕਰਮ ਜਨਮ ਲੈਂਦਾ ਤਾਂ ਆਪਾਂ ਕਹਿੰਦੇ ਹਾਂ ਕਿ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ, ਲਾਲਚ ਪ੍ਰਗਟ ਹੋ ਗਿਆ। ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣਾ ਉੱਥੇ ਉਹ ਪ੍ਰਗਟ ਹੋ ਜਾਣਾ। ਵਾਹਿਗੁਰੂ ਨਾਮ ਐਵੇਂ ਅੰਦਰ ਟਿਕ ਜਾਂਦਾ। ਜਦੋਂ ਉਹਨਾਂ ਨੇ ਦੇਖਿਆ ਤਾਂ ਪੁੱਛਿਆ ਕਿ ਪਹਿਲਾਂ ਤੁਸੀਂ ਮਾਰਦੇ ਸੀ ਅਤੇ ਹੁਣ ਜੋ ਰੂਹ ਹੈ ਉਦੋਂ ਕਲਪਦੀ ਸੀ, ਪਰ ਹੁਣ ਤੁਸੀਂ ਪਿੱਛੇ ਹਟ ਕੇ ਅਤੇ ਆਪ ਇਸ ਨੂੰ ਸਜਦੇ ਕਰਦੇ ਹੋ, ਕਿਉਂ? ਅੱਗੋਂ ਆਵਾਜ਼ ਆਈ ਕਿ ਜਿਸ ਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਪ੍ਰਾਣ ਹਰਨਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਸ ਦੇ ਬਲ ਦੀ ਚਿਖਾ ਵੱਲ ਕਰੋੜਾਂ ਬ੍ਰਹਮੰਡਾਂ ਦੇ ਸਾਈਂ ਦੀ ਉਂਗਲ ਹੋ ਗਈ। ਜਿਸ ਦੀ ਚਿਖਾ ਨੂੰ ਇੱਕ ਵਾਰੀ ਦੇਖ ਲੈਣ ਉਸ ਦੇ ਕਰਮ ਕੱਟੇ ਜਾਂਦੇ ਹਨ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਜ਼ਰ ਤੇ ਉਂਗਲ ਨੇ ਇਸ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ ਹਨ। ਗੁਰਮੁਖੋ, ਜਿੰਨਾ ਭਰੋਸਾ ਕਰੀਏ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਜਿਹੜਾ ਤੂੰ ਕਰਮ ਕਰਦਾ ਪਿਆ ਤੈਨੂੰ ਭੁਗਤਣੇ ਪੈਣੇ ਨੇ, ਪਰ ਇੱਕ ਤਰੀਕਾ ਹੈ ਕਰਮਾਂ ਦਾ ਪਛਤਾਵਾ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ। ਸੱਚ ਜਾਣੀ, ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜ ਦੇਣਗੇ। ਉਹਨਾਂ ਨੂੰ ਕਹਿਣ ਲੱਗੇ ਕਿ ਉਸ ਨੂੰ ਮਾਰੋ ਨਾ, ਉਸ ਨੂੰ ਸਾਈਂ ਦੇ ਜਾ ਕੇ ਚਰਨ ਫੜ ਲਓ। ਕਿਰਪਾਲੂ ਦਾਤਾ ਜੀ ਕੋਲ ਵਾਪਿਸ ਆਏ, ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਬਖਸ਼ ਦਿਓ। ਨਾਲਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ, ਤੁਸੀਂ ਇਸ ਦੇ ਪੈਰ ਫੜੀ ਜਾਂਦੇ ਹੋ। ਕਹਿਣ ਲੱਗੇ, ਨਹੀਂ, ਇਸ ਦੇ ਇੱਕ ਹੱਥ ਦੇ ਇਸ਼ਾਰੇ ਨਾਲ ਅੱਜ ਕਰੋੜਾਂ ਜਨਮਾਂ ਦੇ ਪਾਪੀ ਤਰ ਸਕਦੇ ਨੇ। ਚਰਨ ਫੜ ਲਓ, ਕਿਤੇ ਇਹ ਸਾਡੇ ਪਾਪ ਵੀ ਤਾਰ ਦੇਣ। ਉਹਨਾਂ ਸਾਰਿਆਂ ਨੇ ਕਿਹਾ ਕਿ ਵਾਹਿਗੁਰੂ ਸਾਨੂੰ ਵੀ ਬਖਸ਼ ਦਿਓ। ਕਰਮ ਕਰਨ ਵਿੱਚ ਬੰਦਾ ਸੁਤੰਤਰ ਹੈ, ਪਰ ਭੋਗਣ ਵਿੱਚ ਪ੍ਰਤੰਤਰ ਹੈ। ਸਤਿਗੁਰ ਨੇ ਅੰਮ੍ਰਿਤ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ ਕਿ ਵਾਹਿਗੁਰੂ ਕਹਿੰਦੇ ਨੇ ਕਿ ਬੰਦਿਆ ਆਪਣੇ ਅੰਦਰ ਨੂੰ ਸਵਾਰ, ਤੂੰ ਸਾਰਾ ਕੁਝ ਸਵਾਰ ਲੇਂਗਾ। ਅੰਗੂਰਾਂ ਵਿੱਚ ਰਸ ਭਰਿਆ ਗਿਆ, ਹੁਣ ਉਸੇ ਅੰਗੂਰਾਂ ਦੀ ਕੋਈ ਖੰਡ ਬਣਾਉਂਦਾ ਜਿਸ ਦੇ ਖਾਣ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ। ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਅਤੇ ਕਈ ਤਰ੍ਹਾਂ ਦੇ ਪਦਾਰਥ ਬਣਾ ਲੈਂਦਾ ਅਤੇ ਉਹਨੂੰ ਪੀ ਕੇ ਆਪਣੀ ਮੱਤ ਮਾਰੀ ਜਾਂਦਾ। ਇਹ ਹੁਣ ਆਪਣੇ 'ਤੇ ਹੈ ਕਿ ਆਪਾਂ ਕੀ ਕਰਨਾ। ਫਿਰ ਆਓ ਆਪਾਂ ਵੀ ਚੰਗੇ ਕਰਮ ਕਰੀਏ ਅਤੇ ਵਾਹਿਗੁਰੂ ਦੇ ਲੜ ਲੱਗੀਏ।